हेलो स्टूडेंट्स, ये साडी इंग्लिश वर्कबुक है। फर्स्ट पेज ऑफ इंग्लिश वर्कबुक क्लास 10वीं का। सब तो पहला तुसी स्टार्ट करना है माई नेम इज़ तो सब तो पहला आप लिखांगे अपना नाम। तुसी अपना नाम लिखना, फिर लिखना है इत्थे अपना आई लिव इन साडा विलेज का नाम, ठीक है, जिवें कि बछवाना। माई स्कूल नेम इज़ अपने स्कूल का नेम लिखना, गवर्नमेंट GSSS बछवाना। आई रीड इन किहड़ी क्लास दे विच रीडिंग करदे हो, अपनी क्लास लिखना। माई हॉबीज़ मेरा शौक की है, जिवें लिसनिंग, म्यूजिक, पेंटिंग, जो भी तुहाडा हॉबी है उहदे नाल ING लगा के तुसीं लिख सकते हो, ठीक है। माई फेवरेट गेम, मेरी फेवरेट गेम किहड़ी है, जिवें फुटबॉल वगैरह जिहड़ी दित्ती हुई है इहदे सामने पेज दे उत्ते ना गेम्स वगैरह दा ना लिखियां होईयां ने। माई फेवरेट बुक, तुहाडी पसंदीदा किताब किहड़ी है, जिवें इंग्लिश ग्रामर, इंग्लिश कोई होर बुक जिहड़ी हैगी लाइब्रेरी च तुसीं पढ़दे हो तां उहदा नाम लिख सकदे हो। माई एम इन लाइफ इज़ टू बिकम, मेरी जिंदगी दे विच कुछ बनन दा उद्देश, की बनना चाहुंदे हो, डॉक्टर, टीचर, गुड पर्सन, गुड लीडर एटसैट्रा, ठीक है। साडे कोल ने हैप्पी प्रिंस दे जिहड़े हैगे आ लिसनिंग स्किल। सब तो पहला साडे कोल लिसनिंग स्किल आंदी है। ਇਹਦੇ ਵਿੱਚ ਕੁਐਸਚਨ ਆਨਸਰਸ ਆਪਣੇ ਲਿਖਣੇ ਹੋਣਗੇ, ਦੱਸਣੇ ਹੋਣਗੇ। ਵੇਅਰ ਵਾਜ਼ ਦਾ ਯੰਗ ਮੈਨ, ਜਵਾਨ ਆਦਮੀ ਜਿਹੜਾ ਕਿੱਥੇ ਸੀ, ਇਨ ਹਿਜ਼ ਗੈਰੇਟ। ਇਹਦਾ ਆਨਸਰ ਆਏਗਾ C। ਸੈਕਿੰਡ ਦਾ ਵਾਟ ਵਾਜ਼ ਇਨ ਦਾ ਗਲਾਸ ਬਾਈ ਹਿਜ਼ ਸਾਈਡ, ਗਲਾਸ ਦੇ ਵਿੱਚ ਕੀ ਸੀ, B। ਬੰਚ ਆਫ ਵਿਦਰਡ ਵਾਇਲਟਸ, ਠੀਕ ਹੈ, ਵਾਇਲਟਸ ਜਿਹੜੇ ਉਹਨਾਂ ਦਾ ਇੱਕ ਗੁੱਛਾ ਸੀਗਾ। ਵਟ ਟਾਈਪ ਆਫ ਆਈਜ਼ ਡਿਡ ਦਾ ਯੰਗ ਮੈਨ ਹੈਜ਼, ਯੰਗ ਮੈਨ ਦੀਆਂ ਅੱਖਾਂ ਕਿਸ ਤਰ੍ਹਾਂ ਦੀਆਂ ਸੀ, C। ਲਾਰਜ ਐਂਡ ਡਰੀਮੀ, ਵੱਡੀਆਂ ਅਤੇ ਸੁਪਨੇ ਨਾਲ ਭਰੀਆਂ ਹੋਈਆਂ। ਫੋਰਥ, ਚੌਥੇ ਦਾ, ਹੀ ਵਾਜ਼ ਰਾਈਟਿੰਗ ਦਾ ਪਲੇ ਫॉर ਦਾ, ਉਹ ਇੱਕ ਨਾਟਕ ਲਿਖ ਰਿਹਾ ਸੀ ਕਿਸ ਦੇ ਲਈ, B। ਚੌਥੇ ਦਾ ਕੀ ਹੈ, B ਡਾਇਰੈਕਟਰ ਆਫ ਦਾ ਥੀਏਟਰ। ਫਿਫਥ, ਪੰਜਵਾਂ, ਹੀ ਕੁਡ ਨਾਟ ਫਿਨਿਸ਼ ਹਿਜ਼ ਪਲੇ ਬਿਕੋਜ਼ ਆਫ ਕੋਲਡ ਐਂਡ, ਤਾਂ ਉਹ ਆਪਣਾ ਨਾਟਕ ਕਿਉਂ ਨਹੀਂ ਲਿਖ ਸਕਦਾ ਸੀ, ਕਿਉਂਕਿ ਠੰਡ ਵੀ ਬਹੁਤ ਸੀ ਅਤੇ ਉੱਪਰੋਂ ਉਹਨੂੰ ਭੁੱਖ ਲੱਗੀ ਹੋਈ ਸੀ, B। ਹੰਗਰ ਕੰਪਲੀਟ ਕਰਨਾ ਹੈ। ਪੈਰਾਗ੍ਰਾਫ ਦਿੱਤਾ ਹੋਇਆ, ਇਹਦੇ ਵਿੱਚ ਆਪਾਂ ਇੱਕ ਸ਼ਬਦ ਤੋਂ ਜ਼ਿਆਦਾ ਸ਼ਬਦ ਜਿਹੜੇ ਆ ਖਾਲੀ ਥਾਵਾਂ ਵਿੱਚ ਨਹੀਂ ਭਰਨੇ। ਤਾਂ ਦ ਸਟੈਚੂ ਆਫ ਯੂਨਿਟੀ ਇਜ਼ ਅ ਡੈਸ਼ ਆਫ ਸਰਦਾਰ ਵੱਲਭ ਭਾਈ ਪਟੇਲ। ਇਹਦੇ ਵਿੱਚ ਆਊਗਾ ਇਹ ਆਪਣੇ ਕੋਲ ਜਿਹੜਾ ਸਟੈਚੂ ਆਫ ਯੂਨਿਟੀ ਹੈ ਸਰਦਾਰ ਵੱਲਭ ਭਾਈ ਪਟੇਲ ਦਾ ਕੀ ਹੈ ਇੱਕ, ਇੱਥੇ ਤੁਸੀਂ ਮੋਨੂਮੈਂਟ ਵੀ ਲਿਖ ਸਕਦੇ ਹੋ, ਠੀਕ ਹੈ, ਜਾਂ ਤੁਸੀਂ ਸਟੈਚੂ ਵੀ ਲਿਖ ਸਕਦੇ ਹੋ। ਸਮਾਰਕ, ਮੋਨੂਮੈਂਟ ਵੀ ਲਿਖ ਸਕਦੇ ਹੋ ਜਾਂ ਓਨਲੀ ਜਿਹੜਾ ਸਟੈਚੂ ਉਹ ਲਿਖ ਸਕਦੇ ਹੋ। ਤਾਂ ਜੇ ਸਟੈਚੂ ਲਿਖਣਾ ਸਟੈਚੂ ਲਿਖ ਦਿਓ, ਮੋਨੂਮੈਂਟ ਲਿਖਣਾ ਮੋਨੂਮੈਂਟ ਲਿਖ ਦਿਓ। ਹੀ ਵਾਜ਼ ਦਾ ਫਸਟ ਡਿਪਟੀ ਐਂਡ ਹੋਮ ਮਿਨਿਸਟਰ ਆਫ ਇੰਡੀਪੈਂਡੈਂਟ ਇੰਡੀਆ, ਉਹ ਪਹਿਲੇ ਸਾਡੇ ਜਿਹੜੇ ਸੀਗੇ ਹੋਮ ਮਿਨਿਸਟਰ ਸੀਗੇ ਇੰਡੀਆ ਦੇ, ਠੀਕ ਹੈ। ਹੀ ਵਾਜ਼ ਦਾ ਡੈਸ਼ ਰਿਸਪੋਂਸੀਬਲ ਫੋਰ ਦਾ ਇੰਟੀਗ੍ਰੇਟਿਡ 100 ਆਫ ਪ੍ਰਿੰਸਲੀ ਸਟੇਟਸ, ਜਿਹੜੇ ਕੀ ਆ ਕਿ ਉਹ ਆਪਣੇ ਲਈ ਰਿਸਪੋਂਸੀਬਲ ਸੀ, ਕਾਹਦੇ ਵਾਸਤੇ ਰਿਸਪੋਂਸ ਸੀ, ਸੋਲਲੀ। ਇੱਥੇ ਆਊਗਾ ਇਕੱਲੇ, ਮਤਲਬ ਕਿ ਉਹਨਾਂ ਨੇ ਇਕੱਲਿਆਂ ਨੇ ਬਹੁਤ ਯੋਗਦਾਨ ਪਾਇਆ ਗਾ ਸਾਰੀਆਂ ਸਟੇਟਾਂ ਨੂੰ ਇਕੱਠਾ ਕਰਨ ਦੇ ਵਿੱਚ। ਹਿਜ਼ ਲਾਈਫ ਇਜ਼ ਐਨ ਇੰਟੈਗਰਲ ਸੋਰਸ ਆਫ ਇੰਸਪੀਰੇਸ਼ਨ ਫॉर ਦ ਪ੍ਰੈਜੈਂਟ ਐਂਡ ਡੈਸ਼ ਜਨਰੇਸ਼ਨ, ਅੱਜ ਦੀਆਂ ਜਿਹੜੀਆਂ ਪੀੜ੍ਹੀਆਂ ਨੇ ਅਤੇ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ, ਫਿਊਚਰ। ਇਹਦੇ 'ਚ ਫਿਊਚਰ ਆਏਗਾ ਰਾਜੇ। ਦ ਸਟੈਚੂ ਇਜ਼ ਲੋਕੇਟਡ ਇਨ ਗੁਜਰਾਤ ਇੰਡੀਆ, ਗੁਜਰਾਤ 'ਚ ਸਥਿਤ ਹੈ। ਇਟ ਇਜ਼ ਦ ਵਰਲਡਸ ਟੋਲੈਸਟ ਸਟੈਚੂ ਵਿਦ ਅ ਡੈਸ਼ ਆਫ 597 ਫੀਟ ਐਂਡ 182 ਮੀਟਰਸ। ਤਾਂ ਇਹਦੀ ਇੰਨੀ ਉਚਾਈ ਹੈ, ਆਪਾਂ ਤਾਂ ਹੀ ਦੱਸਾਂਗੇ ਨਾ, ਤਾਂ ਇਹ ਟੋਲ ਹੈ, ਲੰਬਾ, ਤਾਂ ਇਹਦੀ ਹਾਈਟ ਹੀ ਜਦ ਜ਼ਿਆਦਾ ਹੋਊਗੀ ਤਾਂ ਇੱਥੇ ਹਾਈਟ ਆ ਜਾਏਗੀ, HEIGHT। ਇਟ ਇਜ਼ ਲੋਕੇਟਡ ਔਨ ਦਾ ਨਰਮਦਾ ਰਿਵਰ ਫੇਸਿੰਗ ਦਾ ਸਰਦਾਰ ਸਰੋਵਰ ਡੈਮ। ਸਰੋਵਰ ਡੈਮ ਜਿਹੜਾ ਹੈਗਾ ਗਾ ਉਹਦੇ ਸਾਹਮਣੇ ਜਿਹੜਾ ਫੇਸ ਕਰਦੀ ਨਰਮਦਾ ਨਦੀ ਹੈ ਜਿਹੜੀ, ਉਹਦੇ ਉੱਤੇ ਸਥਿਤ ਹੈ। ਇਟ ਵਾਜ਼ ਡਿਜ਼ਾਈਨ ਬਾਈ ਇੰਡੀਅਨ ਸਕਲਪਚਰ ਰਾਮ ਵੀ ਸੂਤਰ। ਰਾਮ ਵੀ ਸੂਤਰ ਜਿਹੜੇ ਹੈਗੇ ਆਪਣੇ, ਉਹਨਾਂ ਨੇ ਇਹਨੂੰ ਬਣਾਇਆ ਗਾ, ਉਹਨਾਂ ਨੇ ਇਹਨੂੰ ਕੀ ਕੀਤਾ ਗਾ, ਡਿਜ਼ਾਈਨ ਦਿੱਤਾ ਗਾ, ਬਣਾਇਆ ਨਹੀਂ ਉਹਨਾਂ ਨੇ ਡਿਜ਼ਾਈਨ ਦਿੱਤਾ ਇਹਦਾ। ਇਟ ਵਾਜ਼ ਓਪਨ ਟੂ, ਇਹ ਓਪਨ ਟੂ ਇੱਥੇ ਕੀ ਆ ਜੀ ਸਾਡੇ ਕੋਲ ਪਬਲਿਕ ਵਾਸਤੇ 2018 ਦੇ ਵਿੱਚ ਇਹਨੂੰ ਓਪਨ ਕਰ ਦਿੱਤਾ ਗਿਆ। ਉਸ ਦਿਨ 143ਵੀਂ ਜਿਹੜੀ ਐਨੀਵਰਸਰੀ ਸੀ ਸਰਦਾਰ ਵੱਲਭ ਭਾਈ ਪਟੇਲ ਜੀ ਦੀ। ਤਾਂ ਪਹਿਲੀ ਖਾਲੀ ਥਾਂ ਜਿਹੜੀ ਹੈਗੀ ਸਾਡੇ ਉਹਦੇ 'ਚ ਸਟੈਚੂ, ਦੂਸਰੀ ਦੇ ਵਿੱਚ ਸੋਲਲੀ, ਤੀਸਰੀ 'ਚ ਫਿਊਚਰ, ਚੌਥੀ 'ਚ ਹਾਈਟ ਅਤੇ ਪੰਜਵੀਂ ਲਾਸਟ ਦੇ ਵਿੱਚ ਪਬਲਿਕ। ਸਪੀਕਿੰਗ ਸਕਿੱਲ ਦੇ ਵਿੱਚ ਤੁਸੀਂ ਸਿਰਫ ਬੋਲਣਾ ਹੀ ਹੈ, ਇਹਨਾਂ ਸ਼ਬਦਾਂ ਨੂੰ ਬੋਲ ਕੇ ਦੇਖਣਾ। ਜਿਵੇਂ ਕਿ ਆਪਾਂ ਨੂੰ ਇਹ ਸੈਕਿੰਡ ਦੇ ਵਿੱਚ ਦਿੱਤਾ ਹੋਇਆ ਗਾ ਸਪੀਕਿੰਗ ਸਕਿੱਲ ਦੇ ਵਿੱਚ ਕਿਊ ਕਾਰਡ ਦਿੱਤੇ ਹੋਏ ਨੇ, ਜਿਵੇਂ ਸਟੈਚੂ, ਫਸਟ ਨੰਬਰ ਸਟੈਚੂ 'ਤੇ ਤੁਸੀਂ ਬੋਲ ਕੇ ਦੇਖੋ ਆਪਣੇ ਲੈਸਨ ਦੇ ਵਿੱਚੋਂ। ਇਟ ਇਜ਼ ਦਾ
ਬਿਊਟੀਫੁਲ ਸਟੈਚੂ, ਠੀਕ ਹੈ, ਇੱਕ ਸੁੰਦਰ ਬੁੱਤ ਹੈ। ਜਾਂ ਤੁਸੀਂ ਕੀ ਲਿਖ ਸਕਦੇ ਹੋ, ਇਟ ਇਜ਼ ਦਾ ਸਟੈਚੂ ਆਫ ਹੈਪੀ ਪ੍ਰਿੰਸ। ਨੈਕਸਟ ਦੂਸਰਾ ਹੈਗਾ ਗੋਲਡ ਸੈਫਾਇਰਸ ਰੂਬੀ। ਤਾਂ ਜਿਹੜਾ ਬੁੱਤ ਸੀਗਾ ਦਾ ਹੈਪੀ ਪ੍ਰਿੰਸ ਸਟੈਚੂ ਵਾਜ਼ ਡੈਕੋਰੇਟਡ ਵਿਦ ਗੋਲਡ ਸੈਫਾਇਰਸ ਐਂਡ ਰੂਬੀ। ਥਰਡ ਜਿਹੜਾ ਹੈਪੀ ਵੈਨ ਅਲਾਈਵ, ਤਾਂ ਜਿਹੜਾ ਹੈਪੀ ਪ੍ਰਿੰਸ ਵਾਜ਼ ਵੈਰੀ ਹੈਪੀ ਵੈਨ ਹੀ ਵਾਜ਼ ਅਲਾਈਵ, ਜਦੋਂ ਉਹ ਜਿਉਂਦਾ ਸੀ ਤਾਂ ਬਹੁਤ ਖੁਸ਼ ਸੀ। ਚੌਥਾ ਜਿਹੜਾ ਦਿੱਤਾ ਹੋਇਆ ਹੈਲਪਸ ਦਾ ਪੂਅਰ, ਹੀ ਹੈਲਪਸ ਦਾ ਪੂਅਰ, ਉਹ ਗਰੀਬਾਂ ਦੀ ਮਦਦ ਕਰਦਾ ਹੈ। ਸਵੈਲੋ ਵਾਜ਼ ਗੋਇੰਗ ਟੂ ਇਜਿਪਟ। ਇਸ ਤਰ੍ਹਾਂ ਤੁਸੀਂ ਸੈਂਟੈਂਸ ਬਣਾਉਣੇ ਨੇ, ਵਾਕਾਂ ਵਿੱਚ ਵਰਤੋਂ ਬਣਾਉਣੇ ਨੇ। ਥਰਡ ਨੰਬਰ 'ਤੇ ਸਾਡੇ ਕੋਲ ਹੈ ਸਪੀਕਿੰਗ ਦੇ ਵਿੱਚ ਹੀ ਕਨਵਰਸੇਸ਼ਨ। ਕਨਵਰਸੇਸ਼ਨ ਕੀ ਹੁੰਦੀ ਹੈ ਆਪਣੀ? ਕਨਵਰਸੇਸ਼ਨ ਵਾਰਤਾਲਾਪ। ਓਕੇ, ਕੋਈ ਵੀ ਆਪਣੀ ਕੀ ਹੈ ਜਿਹਦੇ 'ਚ ਅਸੀਂ ਡਾਇਲੋਗਸ ਬੋਲਦੇ ਹਾਂ, ਕਨਵਰਸੇਸ਼ਨ। ਸਟਾਫ ਇਹਦੇ 'ਚ ਕੀ ਹੈ, 2 ਪਰਸਨ ਨੇ, ਇੱਕ ਤਾਂ ਸਟਾਫ ਬਣੇਗਾ, ਇੱਕ ਕੀ ਹੈ ਕਸਟਮਰ। ਇੱਕ ਤਾਂ ਵੇਚਣ ਵਾਲਾ ਪਰਸਨ ਹੈ, ਇੱਕ ਕੀ ਹੈ ਖਰੀਦਣ ਵਾਲਾ ਗਾਹਕ, ਕਸਟਮਰ। ਤਾਂ ਗੁੱਡ ਈਵਨਿੰਗ ਸਰ, ਹਾਊ ਮੈਨ ਆਈ ਹੈਲਪ ਯੂ। ਇਸ ਤਰ੍ਹਾਂ ਤੁਸੀਂ ਕੀ ਹੈ 2 ਜਣੇ ਨੇ ਬੋਲ ਕੇ ਕਨਵਰਸੇਸ਼ਨ ਜਿਹੜੀ ਹੈ ਤਿਆਰ ਕਰਨੀ ਹੈ ਇਹ। ਫੋਰਥ ਨੰਬਰ 'ਤੇ ਹੈ ਸਪੋਜ਼ ਯੂ ਆਰ ਸਵੈਲੋ ਯੂ ਵਾਂਟ ਟੂ ਗੋ ਇਜਿਪਟ। ਤੁਸੀਂ ਮੰਨ ਲਓ ਸਵੈਲੋ ਹੋ, ਤੁਸੀਂ ਇਜਿਪਟ ਜਾਣਾ ਚਾਹੁੰਦੇ ਹੋ, ਪਰੰਤੂ ਹੁਣ ਤੁਸੀਂ ਡਿਸਾਈਡ ਕੀਤਾ ਉਸੇ ਜਿਹੜਾ ਸਵੈਲੋ ਆ ਸਾਡਾ ਉਹਦੇ ਵਾਂਗੂ ਕਿ ਮੈਂ ਨਹੀਂ ਜਾਣਾ ਹੁਣ ਹੈਪੀ ਪ੍ਰਿੰਸ ਦੇ ਨਾਲ ਹੀ ਰਹਿਣਾ। ਤਾਂ ਆਪਾਂ ਤੁਸੀਂ ਕੀ ਲਿਖਣਾ ਆਪਣਾ ਦੂਸਰੇ ਫਰੈਂਡ ਨੂੰ ਜਿਹੜੇ ਇਜਿਪਟ 'ਚ ਨੇ ਵੀ ਮੈਂ ਹਜੇ ਠਹਿਰ ਕੇ ਆਉਣਾ ਨਾ, ਠੀਕ ਹੈ। ਤਾਂ ਕੀ ਹੈ ਮੈਂ ਉਹਨਾਂ ਨੂੰ ਦੱਸਣਾ ਕਿ ਹੈਪੀ ਪ੍ਰਿੰਸ 'ਤੇ ਤੁਸੀਂ ਕਿਉਂ ਮਤਲਬ ਕਿ ਹਾਲੇ ਤੁਸੀਂ ਕਿਉਂ ਨਹੀਂ ਜਾ ਰਹੇ ਉੱਥੇ। ਤਾਂ ਤੁਸੀਂ ਕੀ ਹੈ ਉਹਨਾਂ ਨੇ ਤੁਹਾਨੂੰ ਦਿੱਤਾ ਹੋਇਆ ਕਿ ਤੁਹਾਡੀ ਐਡਰੈਸ ਸਿਟੀ ਸਕੁਏਅਰ ਸਿਟੀ ਆਫ ਹੈਪੀ ਪ੍ਰਿੰਸ ਦਿੱਤਾ ਹੋਇਆ ਨਾ। ਤੁਸੀਂ ਸਭ ਤੋਂ ਪਹਿਲਾਂ ਇੱਥੇ ਕੀ ਲਿਖੋਗੇ ਆਪਣਾ ਐਡਰੈਸ। ਜਿਹੜਾ ਐਡਰੈਸ ਦਿੱਤਾ ਹੋਇਆ ਇਹ ਪਹਿਲੀ ਲਾਈਨ ਦੇ ਵਿੱਚ ਆਏਗਾ ਸਿਟੀ ਸਕੁਏਅਰ, ਠੀਕ ਹੈ। ਪਹਿਲੀ ਲਾਈਨ ਜਿਹੜੀ ਦਿੱਤੀ ਹੋਈ ਹੈ ਸਾਡੇ ਕੋਲ ਉਹਦੇ 'ਚ ਕੀ ਆਏਗਾ ਆਪਣੇ ਕੋਲ ਸਿਟੀ ਸਕੁਏਅਰ। ਦੂਸਰੀ ਲਾਈਨ ਜਿਹੜੀ ਦਿੱਤੀ ਹੈ ਉਹਦੇ 'ਚ ਆਪਣੇ ਕੋਲ ਕਹੂਗਾ ਸਿਟੀ ਆਫ ਹੈਪੀ ਪ੍ਰਿੰਸ, ਹੈਪੀ ਪ੍ਰਿੰਸ। ਜਿਹੜੀ ਦੂਸਰੀ ਲਾਈਨ ਹੈ ਨਾ ਇਹਦੇ 'ਚ ਆਹ ਵਾਲੇ ਆਊਗਾ ਅਤੇ ਪਹਿਲੀ 'ਚ ਸਿਟੀ ਸਕੁਏਅਰ। ਇਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਆਪਣਾ ਡੀਅਰ ਫਰੈਂਡ ਪਿਆਰੇ ਦੋਸਤ ਉੱਥੇ ਸਾਰਾ ਕੁਝ ਦੱਸ ਕੇ ਫਿਰ ਹੈਪੀ ਪ੍ਰਿੰਸ ਬਾਰੇ ਲਿਖਣਾ ਗਾ। ਤਾਂ ਤੁਸੀਂ ਆਹ ਲਾਈਨਸ ਜਿਹੜੀਆਂ ਦਿੱਤੀਆਂ ਹੋਈਆਂ ਇਹਨਾਂ 'ਚ ਚੱਕ ਕੇ ਲਿਖ ਸਕਦੇ ਹੋ ਵੀ ਹੈਪੀ ਪ੍ਰਿੰਸ ਕੌਣ ਹੈ। ਜਿਹੜਾ ਤੁਹਾਡੇ ਲੈਸਨ ਦੇ ਵਿੱਚ ਕੁਐਸਚਨ ਆਨਸਰ ਨੇ ਨਾ, ਫਿਰ ਕਿੱਥੇ ਸਟੂਡ ਹੈ ਪਹਿਲਾ ਕੁਐਸਚਨ ਜਿਹੜਾ ਹੈਗਾ ਤੁਹਾਡਾ ਉਹੀ ਲਿਖ ਸਕਦੇ ਹੋ। ਇਟ ਸਟੂਡ ਔਨ ਦਾ ਹਾਈ ਕੋਲਮ ਅਬਵ ਦਾ ਸਿਟੀ, ਫਿਰ ਇਟ ਵਾਜ਼ ਡੈਕੋਰੇਟਡ ਵਿਦ ਗੋਲਡ। ਅਤੇ ਉਸੇ ਤਰ੍ਹਾਂ ਸਾਰੀਆਂ ਲਾਈਨਸ ਜਿਹੜੀਆਂ ਲਿਖ ਕੇ ਐਂਡ ਤੱਕ ਤੁਸੀਂ ਦੱਸ ਦੇਣਾ ਗਾ ਕਿ ਮੈਚ ਗਰਲ ਰੋ ਰਹੀ ਸੀ, ਉੱਥੋਂ ਤੱਕ ਲਿਖ ਕੇ ਐਂਡ ਦਾ ਰੀਜ਼ਨ ਤਾਂ ਉੱਥੇ ਤੁਸੀਂ ਦੱਸਣਾ ਗਾ ਕਿ ਵੀ ਮੈਂ ਹਾਲੇ ਨਹੀਂ ਆ ਸਕਦਾ ਗਾ, ਕਿਉਂਕਿ ਆਈ ਵਾਂਟ ਟੂ ਡੂ ਗੁੱਡ ਡੀਡਸ। ਉਹ ਜਿਹੜਾ ਆਪਣਾ ਹੈਪੀ ਪ੍ਰਿੰਸ ਦੇ ਨਾਲ ਆਪਾਂ ਬਿਲ ਸੀ ਜਿਹੜਾ ਉਹ ਆਪਣੇ ਆਪ ਨੂੰ ਫੀਲ ਕਰ ਰਿਹਾ ਸੀ ਨਾ, ਵਾਰਮ, ਹਾਊ ਹੀ ਫੀਲ, ਉਹ ਵਾਰਮ ਫੀਲ ਕਰ ਰਿਹਾ ਸੀ, ਉੱਥੋਂ ਤੱਕ ਲਿਖ ਕੇ ਤੁਸੀਂ ਨੇ ਇਹਦੇ ਬਾਅਦ ਟੇਕ ਕੇਅਰ ਯੂਅਰ ਸਵੈਲੋ ਖਤਮ ਕਰ ਦੇਣੀ ਆ। ਤਾਂ ਮਤਲਬ ਕੀ ਆ ਕਿ ਜਿਹੜੇ ਤੁਹਾਡੇ ਕੁਐਸਚਨ ਆਨਸਰਸ ਨੇ ਉਹੀ ਇਹਦੇ ਵਿੱਚ ਸਾਰੇ ਦੇ ਵਿੱਚ ਫਿਲ ਕਰ ਦੇਣੇ ਨੇ। ऑब्जेक्टिव टाइप क्वेश्चन साडे कोल हैगा पहला द ड्रॉप्स वर कमिंग फ्रॉम द आईज, ठीक है, कित्थों आ रहा सी वो जिहड़ियां पानी दी बूंदां सी आईज दे विचों, हैप्पी प्रिंस दियां अखां चों। द सन ऑफ द सेम स्ट्रेस वॉज क्राइंग बिकॉज ही वांटेड टू गो टू इजिप्ट, वो जिहड़ी सीम स्ट्रेस सी फुलकारियां जिहड़ियां वो कढ़ाई वगैरह करदे सी, दर्जी दा काम करदे सी, तां कहंदे उन्हां दा बच्चा जिहड़ा सीगा वो रो रहा सी तो वो क्योंकि वो इजिप्ट जाना चाहता सी, नहीं इजिप्ट कौन जाना चाहता सी, स्वैलो। तो ये बच्चा जो रो रहा सी ये ऑरेंजेस वास्ते रो रहा सी, ठीक है, संतरे, क्योंकि वो बीमार सी ते संतरे मंग रहा सी। तो इत्थे ये की अपना फॉल्स है, फॉल्स मैंने गलत। द पुअर सीमस्ट्रेस वॉज गिवन द डैश बाय द स्वैलो। तीसरे दे विच क्या आऊगा, स्वैलो ने उन्होंने की दिता सी, गरीब इस्त्री सी जिहड़ी वो दर्जी का काम करदी सी या कढ़ाइयां दा, तो उन्होंने की दिता सी उन्होंने ਜਿਹੜਾ ਅਬਾਬੀਲ ਸੀਗਾ ਸਵੈਲੋ ਨੇ ਰੂਬੀ ਦਿੱਤਾ ਸੀ ਪੰਛੀ ਨੇ। ਹੂ ਆਰਡਰ ਟੂ ਪੁੱਲ ਡਾਊਨ ਦਾ ਸਟੈਚੂ ਆਫ ਦਾ ਹੈਪੀ ਪ੍ਰਿੰਸ, ਹੈਪੀ ਪ੍ਰਿੰਸ ਦੇ ਜਿਹੜਾ ਸਟੈਚੂ ਸੀ ਬੁੱਤ ਸੀ ਉਹਨੂੰ ਥੱਲੇ ਲਾਉਣ ਵਾਸਤੇ ਸਿੱਟਣ ਵਾਸਤੇ ਕਿਹਨੇ ਕਿਹਾ ਸੀ, ਮੀਅਰ ਨੇ। ਫੋਰਥ ਦਾ ਏ। ਫਿਫਥ ਜਿਹੜਾ ਹੈਗਾ ਗਾ ਸਟੈਚੂ ਆਫ ਹੈਪੀ ਪ੍ਰਿੰਸ ਤੇ ਕਹਿੰਦੇ ਉਹਨੂੰ ਡਾਇਮੰਡਸ ਨਾਲ ਸਜਾਇਆ ਗਿਆ ਸੀ, ਨਹੀਂ ਗੋਲਡ ਸੈਫਾਇਰਸ, ਠੀਕ ਹੈ, ਤੇ ਰੂਬੀ ਨਾਲ ਸਜਾਇਆ ਗਿਆ ਸੀ। ਇੱਥੇ ਡਾਇਮੰਡਸ ਕੀ ਆ, ਫਾਲਸ, ਗਲਤ। सिक्स्थ हैगा हू वॉज सेंट टू ब्रिंग द 2 मोस्ट प्रीशियस थिंग्स फ्रॉम द सिटी, किनू भेजा गया सी शहर दे विचों सब तो वधिया चीज़ां खरीदन चक के लैके आउण वास्ते। तो परमात्मा ने एक दूत भेजा सी जिहड़ा तीसरे नंबर वाला, 6वें का की होगा थर्ड
एंजल ਨੂੰ ਭੇਜਿਆ ਸੀ ਦੂਤ ਨੂੰ। ਦ ਮੈਨ ਇਨ ਦ ਗੈਰਟ ਵਾਜ਼ ਰਾਈਟਿੰਗ। 7ਵੀਂ ਦਾ ਹੈਗਾ ਆਪਣੇ ਕੋਲ ਕਿ ਜਿਹੜਾ ਗੈਰਟ ਦੇ ਵਿੱਚ ਇੱਕ ਬੰਦਾ ਜੰਗਮੈਨ ਸੀ ਉਹ ਕੀ ਲਿਖ ਰਿਹਾ ਸੀ। ਇੱਥੇ ਆਊਗਾ ਪਲੇ ਰਾਜੇ PLAY ਤਾਂ ਕਿ ਸਾਡੇ ਕੋਲ ਹੈ ਟਰਾਂਸਲੇਸ਼ਨ ਸਾਨੂੰ ਦਿੱਤੀ ਹੋਈ ਹੈ ਇੰਗਲਿਸ਼ ਅਤੇ ਤੁਸੀਂ ਉਹਦੀ ਬਣਾਉਣੀ ਹੈ ਪੰਜਾਬੀ। ਪਹਿਲਾ ਸਾਡੇ ਕੋਲ ਸੈਂਟੈਂਸ ਹੈ ਵਾਈ ਆਰ ਯੂ ਵੀਪਿੰਗ ਦੈਨ, ਫਿਰ ਤੁਸੀਂ ਕਿਉਂ ਰੋ ਰਹੇ ਹੋ। ਇਹਨਾਂ ਦੇ ਆਨਸਰਸ ਸਾਡੇ ਕੋਲ ਇਹ ਨੇ। ਨੈਕਸਟ ਦਿੱਤੇ ਹੋਏ ਨੇ ਆਪਣੇ ਕੋਲ ਜਿਵੇਂ ਕਿ ਫਸਟ ਵਾਈ ਆਰ ਯੂ ਵੀਪਿੰਗ ਦੈਨ, ਤੁਸੀਂ ਫਿਰ ਕਿਉਂ ਰੋ ਰਹੇ ਹੋ। ਦੇ ਪੁੱਲ ਡਾਊਨ ਦ ਸਟੈਚੂ ਆਫ ਦ ਹੈਪੀ ਪ੍ਰਿੰਸ, ਉਹਨਾਂ ਨੇ ਹੈਪੀ ਪ੍ਰਿੰਸ ਦੇ ਬੁੱਤ ਨੂੰ ਹੇਠਾਂ ਡੇਗ ਦਿੱਤਾ। ਆਈ ਐਮ ਵੇਟਡ ਫॉर ਇਨ ਇਜਿਪਟ, ਮੇਰਾ ਮਿਸਰ ਵਿੱਚ ਇੰਤਜ਼ਾਰ ਹੋ ਰਿਹਾ ਹੈ। ਇਟਸ ਵੈਰੀ ਕੋਲਡ ਹੀਅਰ, ਇੱਥੇ ਬਹੁਤ ਠੰਡ ਹੈ। ਆਈ ਹੈਵ ਅ ਗੋਲਡਨ ਬੈਡਰੂਮ, ਮੈਨੂੰ ਸੁਨਹਿਰਾ ਸੌਣ ਦਾ ਕਮਰਾ ਮਿਲ ਗਿਆ ਹੈ। ਇਸ ਦੇ ਨਾਲ ਆਪਣੇ ਕੋਲ 6th ਦੇ ਦਿੱਤੇ ਹੋਇਆ ਆਪਣੇ ਕੋਲ ਦੇਅਰ ਇਜ਼ ਨਾਟ ਅ ਸਿੰਗਲ ਕਲਾਊਡ ਇਨ ਦ ਸਕਾਈ, ਆਕਾਸ਼ ਵਿੱਚ ਇੱਕ ਵੀ ਬੱਦਲ ਨਹੀਂ ਹੈ। ਦੈਨ ਅਨਦਰ ਡ੍ਰੌਪ ਫੈਲ 7th ਦਾ, ਫਿਰ ਇੱਕ ਹੋਰ ਬੂੰਦ ਆ ਡਿੱਗੀ। ਮਾਈ ਕੋਟੀਅਰਸ ਕਾਲ ਮੀ ਦ ਹੈਪੀ ਪ੍ਰਿੰਸ, ਮੇਰੇ ਦਰਬਾਰੀ ਮੈਨੂੰ ਹੈਪੀ ਪ੍ਰਿੰਸ ਕਹਿੰਦੇ ਨੇ। ਆਈ ਹੈਵ ਕਮ ਟੂ ਬਿਡ ਯੂ ਗੁੱਡ ਬਾਏ, ਮੈਂ ਤੁਹਾਨੂੰ ਅਲਵਿਦਾ ਕਹਿਣ ਆਇਆ ਹਾਂ। ਹਾਊ ਹੰਗਰੀ ਵੀ ਆਰ, ਅਸੀਂ ਕਿੰਨੇ ਭੁੱਖੇ ਹਾਂ। ਸਾਡੇ ਕੋਲ ਹੈ ਪੰਜਾਬੀ ਦਿੱਤੀ ਹੋਈ ਹੈ। ਅਸੀਂ ਇਸ ਦੇ ਕਿਸ ਚੀਜ਼ ਦੇ ਇਸ ਨੂੰ ਟਰਾਂਸਲੇਸ਼ਨ ਕਰਨਾ ਹੈ, ਅਸੀਂ ਇਸ ਦੀ ਇੰਗਲਿਸ਼ ਬਣਾਉਣੀ ਹੈ। ਮੈਂ ਇਹ ਸਵਾਲ ਹੱਲ ਕਰ ਸਕਦਾ ਹਾਂ। ਆਈ ਕੈਨ ਸੋਲਵ ਦਿਸ ਸਮ, ਇਹਨਾਂ 7 ਦੇ ਆਨਸਰ ਸਾਡੇ ਕੋਲ ਇਹ ਨੇ। ਆਈ ਕੈਨ ਸੋਲਵ ਦਿਸ ਸਮ, ਤੁਹਾਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਯੂ ਸ਼ੁੱਡ, ਤੁਹਾਨੂੰ ਚਾਹੀਦਾ ਹੈ ਕੰਸਲਟ ਕਰਨਾ ਅ ਗੁੱਡ ਡਾਕਟਰ। ਸਾਨੂੰ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਣਾ ਚਾਹੀਦਾ ਹੈ। ਵੀ ਸ਼ੁੱਡ, ਜਿੱਥੇ ਵੀ ਚਾਹੀਦਾ ਹੈ ਤਾਂ ਸ਼ੁੱਡ ਲੱਗੇਗਾ, ਠੀਕ ਹੈ ਰਾਜੇ। ਸ਼ੁੱਡ ਮੈਕਸੀਮਮ ਜਿਹੜਾ ਹੈਗਾ ਸ਼ੁੱਡ ਹੀ ਲੱਗਦਾ ਹੈ। ਤਾਂ ਸਾਨੂੰ ਚਾਹੀਦਾ ਕੀ ਹੈ, ਓਬੇ ਅਵਰ ਪੇਰੈਂਟਸ, ਸਾਡੇ ਪੇਰੈਂਟਸ ਦੀ ਓਬੇ ਕਰਨੀ ਚਾਹੀਦੀ ਹੈ। ਹੋ ਸਕਦਾ ਅੱਜ ਰਾਤ ਮੀਂਹ ਪਵੇ। ਇਟ ਮੇ ਰੇਨ ਟੂ ਨਾਈਟ, ਇੱਥੇ ਤੁਸੀਂ ਮੇ ਦੀ ਥਾਂ ਮਾਈਟ ਵੀ ਲਿਖ ਸਕਦੇ ਹੋ, ਮਾਈਟ, ਠੀਕ ਹੈ। ਉਹ ਇੱਥੇ ਰਿਹਾ ਕਰਦਾ ਸੀ, ਹੀ ਮਤਲਬ ਯੂਜ਼ ਟੂ ਸੀ ਲਿਵ ਹੀਅਰ। ਮਿਹਨਤ ਕਰੋ ਜੇ ਨਾ ਹੋਵੇ ਕਿ ਫੇਲ ਹੋ ਜਾਓ। ਵਰਕ ਹਾਰਡ, ਮਿਹਨਤ ਕਰੋ। ਲੈਸਟ ਯੂ ਸ਼ੁੱਡ ਫੇਲ, ਨਹੀਂ ਤਾਂ ਫੇਲ ਹੋ ਜਾਵੋਗੇ। ਸਾਨੂੰ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ। ਵੀ ਸ਼ੁੱਡ ਸਰਵ ਅਵਰ ਕੰਟਰੀ, ਸਭ ਨੇ ਇੱਕ ਦਿਨ ਮਰਨਾ ਹੀ ਹੈ। ਜਿਹੜੀ ਸੱਚਾਈ ਹੈ, ਆਲ ਹੈਵ ਟੂ ਡਾਈ ਵਨ ਡੇ। ਕਾਸ਼ ਮੈਂ ਅਮੀਰ ਹੁੰਦਾ, ਤਾਂ ਇੱਥੇ ਆਪਾਂ ਵੁੱਡ ਦਾ ਇਸਤੇਮਾਲ ਕਰਦੇ ਹਾਂ। ਵੁੱਡ ਦੈਟ ਆਈ ਵਰ ਰਿਚ। ਲਾਸਟ 'ਤੇ ਸਾਡੇ ਕੋਲ ਦਿੱਤੇ ਹੋਏ ਨੇ ਮੈਚ ਦਾ ਵਰਡਸ ਵਿਦ ਦਿਅਰ ਪਿਕਚਰਸ। ਪਹਿਲਾਂ ਆਪਾਂ ਪਿਕਚਰ ਜਿਹੜੀਆਂ ਹੈਗੀਆਂ ਉਹਨਾਂ ਨੂੰ ਵਰਡਸ ਦੇ ਨਾਲ ਮਿਲਾਉਣਾਗਾ ਕਿ ਇਹ ਪਿਕਚਰ ਕਿਸ ਚੀਜ਼ ਦੀ ਹੈ, ਫਿਰ ਇਹਨੂੰ ਕਹਿੰਦੇ ਕੀ ਨੇ, ਠੀਕ ਹੈ। ਪਹਿਲੇ ਸਾਡੇ ਕੋਲ ਇੱਕ ਰੈੱਡ ਸਟੋਨ ਸਾਨੂੰ ਦਿਖਾਈ ਦਿੰਦਾ ਹੈਗਾ, ਤਾਂ ਇੱਕ ਇਹ ਕੀ ਹੈ, ਰੈੱਡ ਜਿਹਾ ਪੱਥਰ ਹੈ, ਇਹਨੂੰ ਕੀ ਕਹਿੰਦੇ ਨੇ ਪਹਿਲਾਂ ਦੱਸਣਾ, ਰੂਬੀ, ਠੀਕ ਹੈ। ਰੂਬੀ ਕੀ ਹੁੰਦਾ, ਇੱਕ ਬਹੁਤ ਕੀਮਤੀ ਪ੍ਰੈਸ਼ੀਅਸ ਸਟੋਨ ਹੁੰਦਾ, ਠੀਕ ਹੈ। ਨੈਕਸਟ ਸਾਡੇ ਕੋਲ ਬਲੂ ਇੱਕ ਸਟੋਨ ਜਿਹਾ ਦਿੱਤਾ ਹੋਇਆ, ਸਟੋਨ ਜਿਹੜਾ ਹੈਗਾ ਇਹਨੂੰ ਕਹਿੰਦੇ ਨੇ ਸਫਾਇਰ, ਠੀਕ ਹੈ, ਸਫਾਇਰ। ਤਾਂ ਇਹ ਜਿਹੜਾ ਹੈਗਾ ਇਹ ਕੀ ਹੁੰਦਾ ਹੈ, ਇੱਕ ਬਲੂ ਕਲਰ ਦਾ ਕੀਮਤੀ ਪੱਥਰ। 3rd ਨੰਬਰ 'ਤੇ ਸਾਡੇ ਕੋਲ ਇੱਕ ਸਾਨੂੰ ਕੀ ਦਿਖਾਈ ਦੇ ਰਿਹਾ, ਸਟੈਚੂ, ਬੁੱਤ। ਇੱਕ ਸਟੈਚੂ ਕੀ ਹੁੰਦਾ, ਹੁਣ ਆਪਾਂ ਦੱਸਣਾ, ਇੱਕ ਬਹੁਤ ਵੱਡਾ ਕੀ ਆ, ਇੱਕ ਫਿਗਰ ਹੁੰਦੀ ਹੈ ਕਿਸੇ ਵੀ ਪਰਸਨ ਦੀ ਜਾਂ ਐਨੀਮਲ ਦੀ। ਅੱਗੇ ਸਾਨੂੰ ਇੱਕ ਝੌਂਪੜੀ ਜੀ ਦਿਖਾਈ ਦੇ ਰਹੀ ਹੈ 4th ਨੰਬਰ 'ਤੇ। ਇਹ ਕੀ ਹੈ, ਇੱਕ ਗੈਰੇਟ ਕੀ ਹੁੰਦਾ, ਇੱਕ ਟੌਪ ਫਲੋਰ ਦੇ ਉੱਤੇ ਉੱਪਰ ਸਭ ਤੋਂ ਇੱਕ ਜਿਵੇਂ ਛੱਤ ਜੀ ਝੌਂਪੜੀ ਜੀ ਬਣਾਈ ਹੁੰਦੀ ਹੈ, ਤਾਂ ਟੌਪ ਫਲੋਰ ਦੇ ਉੱਤੇ ਇੱਕ ਐਟਿਕ ਰੂਮ ਹੁੰਦਾ, ਇਹਨੂੰ ਕੀ ਕਹਿੰਦੇ ਨੇ, ਗੈਰੇਟ। ਲਾਸਟ ਹੈ ਸਾਡੇ ਕੋਲ ਇੱਕ ਸਾਨੂੰ ਕੀ ਦਿਖਾਈ ਦੇ ਰਿਹਾ, ਤਲਵਾਰ ਜਾਂ ਕਿਰਪਾਨ ਕੀ ਹੈ, ਉਹ ਹੈਂਡਲ ਦੇ ਵਿੱਚ ਪਈ ਹੈ ਨਾ, ਤਾਂ ਇਹਨੂੰ ਕਹਿੰਦੇ ਨੇ ਸਵੋਰਡ ਹਿਲਟ, ਮਤਲਬ ਕੀ ਹੈ, ਹੈਂਡਲ ਆਫ ਦਾ ਸਵੋਰਡ, ਕਿਸੇ ਤਲਵਾਰ ਦਾ ਕੀ ਹੈਂਡਲ, ਇਸ ਨੂੰ ਕਹਿੰਦੇ ਨੇ ਸਵੋਰਡ ਹਿਲਟ। ਉਮੀਦ ਹੈ ਬੱਚੇ ਤੁਹਾਨੂੰ ਇਹ ਜਿਹੜੀ ਹੈਗੀ ਹੈ ਹੈਪੀ ਪ੍ਰਿੰਸ ਦੀ ਸਾਡੀ ਵਰਕਸ਼ੀਟ ਫਸਟ ਲੈਸਨ ਦੀ ਸਮਝ ਆ ਗਈ ਹੋਵੇਗੀ। ਅਤੇ ਇਸ ਵੀਡੀਓ ਨੂੰ ਤੁਸੀਂ ਨੈਕਸਟ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹੋਰ ਬੱਚਿਆਂ ਦੀ ਹੈਲਪ ਹੋ ਸਕੇ। ਧੰਨਵਾਦ।